ਵਾਹ ਬੇਟਾ ਤਰੁਪਾ ਨਾਮ ਤੇ ਆਮੀਨ। ਸਭ ਭੈਣ ਭਰਾਵਾਂ ਯਿਸੂ ਮਸੀਹ ਦੀ ਸਲਾਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਪਿਤਾ ਪਰਮੇਸ਼ਰ ਪਰ ਯਿਸੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹਨੇ ਸਾਨੂੰ ਫਿਰ ਅੱਜ ਦਾ ਦਿਨ ਅੱਜ ਦਾ ਸਮਾਂ ਦਿੱਤਾ ਹੈ ਕਿ ਅਸੀਂ ਸਭ ਭੈਣ ਭਰਾ ਮਿਲ ਕੇ ਪ੍ਰਭੂ ਦਾ ਧੰਨਵਾਦ ਕਰੀਏ, ਉਸ ਦੀ ਮਿਹਨਤ ਤੇ ਵਡਿਆਈ ਕਰੀਏ ਜਿਸ ਨੇ ਸਾਨੂੰ ਅੱਜ ਦਾ ਦਿਨ ਦਿੱਤਾ ਹੈ, ਹਰ ਖਤਰੇ ਤੋਂ ਹਰ ਮੁਸ਼ਕਿਲ ਤੋਂ ਬਚਾ ਕੇ ਰੱਖਿਆ ਹੈ। ਪ੍ਰਭੂ ਦੇ ਪਿਤਰ ਚਰਨ ਦੁਆ ਕਰਦੇ ਹਾਂ ਕਿ ਪ੍ਰਭੂ ਯਿਸੂ ਸਾਨੂੰ ਸਭ ਭੈਣ ਭਰਾਵਾਂ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਅਗਵਾਈ ਕਰੇ। ਪਵਿੱਤਰ ਆਤਮਾ ਦੀ ਸ਼ਕਤੀ ਨਾਲ ਸਾਨੂੰ ਅਕਲ ਬੁੱਧ ਗਿਆਨ ਦੇਵੇ ਕਿ ਅਸੀਂ ਪ੍ਰਭੂ ਦੇ ਵਚਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਸਕੀਏ, ਸੁਣ ਸਕੀਏ ਔਰ ਸਮਝ ਸਕੀਏ। ਮੇਰੇ ਭੈਣ ਭਰਾਓ, ਅੱਜ ਅਸੀਂ ਪੜ੍ਹਾਂਗੇ ਪਵਿੱਤਰ ਬਾਈਬਲ 'ਚੋਂ ਪੁਰਾਣਾ ਇਤਨਾਮਾ ਦਾਨੀਏਲ ਨਬੀ ਦਾ ਗ੍ਰੰਥ ਚੈਪਟਰ 10 14 ਤੋਂ ਅਸੀਂ 28 ਆਇਤਾਂ ਤੱਕ ਪੜ੍ਹਾਂਗੇ। 14 ਤੋਂ 28 ਆਇਤਾਂ। Daniel chapter 3 verses 14 till 28. God has sent his angels to rescue his servant. ਰਾਜਾ ਨੇ ਉਹਨਾਂ ਤਿੰਨਾਂ ਤੋਂ ਪੁੱਛਿਆ, ਇਹ ਸਦਰਕ, ਮੇਸ਼ਕ ਅਤੇ ਅਬਦਨਗੋ, ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤੇ ਦੀ ਪੂਜਾ ਕਰਨ ਅਤੇ ਮੇਰੇ ਬਣਾਏ ਹੋਏ ਸੋਨੇ ਦੇ ਬੁੱਤ ਨੂੰ ਮੱਥਾ ਟੇਕਣ ਤੋਂ ਇਨਕਾਰ ਕੀਤਾ ਹੈ? ਸੋ ਹੁਣ ਜਦੋਂ ਇਹਨਾਂ ਸਭਾਂ ਸਾਜ਼ਾਂ, ਬਿਗਲ, ਬਾਂਸਰੀ, ਬਰਬਤ, ਸੰਗੀ ਅਤੇ ਬੀਨ ਦੀ ਆਵਾਜ਼ ਸੁਣੋ ਤਾਂ ਤੁਰੰਤ ਮੇਰੇ ਬਣਾਏ ਹੋਏ ਬੁੱਤ ਅੱਗੇ ਨਿਉ ਕੇ ਉਸ ਦੀ ਪੂਜਾ ਕਰਨਾ। ਜੇਕਰ ਤੁਸੀਂ ਨਹੀਂ ਕਰੋਗੇ ਤਾਂ ਤੁਹਾਨੂੰ ਤੁਰੰਤ ਅੱਗ ਦੀ ਭੱਠੀ ਵਿੱਚ ਸੁੱਟ ਦਿੱਤਾ ਜਾਵੇਗਾ। ਕੀ ਤੁਸੀਂ ਸੋਚਦੇ ਹੋ ਕਿ ਤੁਹਾਡਾ ਕੋਈ ਦੇਵਤਾ ਤੁਹਾਨੂੰ ਮੇਰੇ ਹੱਥੋਂ ਬਚਾ ਸਕੇਗਾ? ਪਰ ਸਦਰਕ, ਮੇਸ਼ਕ ਅਤੇ ਅਬਦਨਗੋ ਨੇ ਰਾਜਾ ਨੂੰ ਉੱਤਰ ਦਿੱਤਾ, ਮਹਾਰਾਜ, ਅਸੀਂ ਤੁਹਾਡੇ ਇਹਨਾਂ ਸ਼ਬਦਾਂ ਦਾ ਉੱਤਰ ਨਹੀਂ ਦੇਵਾਂਗੇ। ਪਰਮੇਸ਼ਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ, ਜੇਕਰ ਉਹ ਬਲਦੀ ਭੱਠੀ ਵਿੱਚੋਂ ਅਤੇ ਤੁਹਾਡੀ ਸ਼ਕਤੀ ਤੋਂ ਬਚਾਉਣ ਦੇ ਯੋਗ ਹੈ ਤਾਂ ਉਹ ਜ਼ਰੂਰ ਬਚਾਏਗਾ। ਪਰ ਜੇਕਰ ਉਹ ਸਾਨੂੰ ਨਾ ਵੀ ਬਚਾਏਗਾ ਤਾਂ ਵੀ ਅਸੀਂ ਨਾ ਤੁਹਾਡੇ ਦੇਵਤੇ ਦੀ ਪੂਜਾ ਕਰਾਂਗੇ ਅਤੇ ਨਾ ਹੀ ਤੁਹਾਡੇ ਬਣਾਏ ਬੁੱਤ ਅੱਗੇ ਮੱਥਾ ਟੇਕਾਂਗੇ। ਤਿੰਨਾਂ ਮਿੱਤਰਾਂ ਦਾ ਬਲਦੀ ਭੱਠੀ ਵਿੱਚ ਸੁੱਟੇ ਜਾਣਾ। ਤਦ ਰਾਜਾ ਨਬੂਕਦਨੇਸਰ ਦਾ ਗੁੱਸਾ ਸਦਰਕ, ਮੇਸ਼ਕ ਅਤੇ ਅਬਦਨਗੋ ਉੱਤੇ ਪੂਰੇ ਜ਼ੋਰ ਨਾਲ ਭੜਕ ਉੱਠਿਆ ਅਤੇ ਉਸ ਦਾ ਮੂੰਹ ਲਾਲ ਹੋ ਗਿਆ। ਉਸਨੇ ਆਪਣੇ ਨੌਕਰਾਂ ਨੂੰ ਆਗਿਆ ਦਿੱਤੀ ਕਿ ਪਹਿਲੇ ਨਾਲੋਂ 7 ਗੁਣਾ ਹੋਰ ਭੱਠੀ ਗਰਮ ਕੀਤੀ ਜਾਵੇ। ਉਸਨੇ ਆਪਣੇ ਸੈਨਾ ਦੇ ਤਕੜੇ ਆਦਮੀਆਂ ਨੂੰ ਆਗਿਆ ਦਿੱਤੀ ਕਿ ਉਹਨਾਂ ਨੂੰ ਬੰਨ੍ਹ ਕੇ ਜਲਦੀ ਭੱਠੀ ਵਿੱਚ ਸੁੱਟ ਦਿੱਤਾ ਜਾਵੇ। ਇਸ ਲਈ ਉਹਨਾਂ ਤਿੰਨਾਂ ਨੂੰ ਉਹਨਾਂ ਦੇ ਪੂਰੇ ਕੱਪੜਿਆਂ ਸਮੇਤ ਬੰਨ੍ਹ ਕੇ ਮਗਦੀ ਭੱਠੀ ਵਿੱਚ ਸੁੱਟ ਦਿੱਤਾ। ਰਾਜਾ ਦੀ ਆਗਿਆ ਅਨੁਸਾਰ ਭੱਠੀ ਬਹੁਤ ਗਰਮ ਕੀਤੀ ਗਈ ਸੀ, ਇਸ ਲਈ ਜੋ ਪਹਿਰੇਦਾਰ ਉਹਨਾਂ ਤਿੰਨਾਂ ਨੂੰ ਭੱਠੀ ਤੱਕ ਲੈ ਕੇ ਗਏ ਉਹ ਅੱਗ ਦੇ ਸੇਕ ਨਾਲ ਸੜ ਗਏ ਸਨ। ਤਦ ਸਦਰਕ, ਮੇਸ਼ਕ ਅਤੇ ਅਬਦਨਗੋ ਬੰਨੇ ਹੋਏ ਹੀ ਬਲਦੀ ਭੱਠੀ ਦੀ ਅੱਗ ਦੇ ਅੰਦਰ ਜਾ ਡਿੱਗੇ ਸਨ। ਅਚਾਨਕ ਰਾਜਾ ਨਬੂਕਦਨੇਸਰ ਭੱਠੀ ਦੇ ਅੰਦਰ ਦੇਖ ਕੇ ਹੈਰਾਨ ਰਹਿ ਗਿਆ। ਉਸਨੇ ਆਪਣੇ ਅਧਿਕਾਰੀਆਂ ਤੋਂ ਪੁੱਛਿਆ ਕਿ ਅਸੀਂ ਤਿੰਨਾਂ ਆਦਮੀਆਂ ਨੂੰ ਬੰਨ੍ਹ ਕੇ ਬਲਦੀ ਭੱਠੀ ਵਿੱਚ ਨਹੀਂ ਸੁੱਟਿਆ ਸੀ? ਉਹਨਾਂ ਨੇ ਉੱਤਰ ਦਿੱਤਾ, ਹਾਂ ਮਹਾਰਾਜ, ਤੁਸੀਂ ਠੀਕ ਕਹਿ ਰਹੇ ਹੋ। ਰਾਜਾ ਨੇ ਕਿਹਾ, ਫਿਰ ਮੈਂ ਅੱਗ ਦੇ ਵਿੱਚ 4 ਆਦਮੀਆਂ ਨੂੰ ਚੱਲਦੇ ਕਿਉਂ ਦੇਖ ਰਿਹਾ ਹਾਂ? ਉਹ ਬੰਨੇ ਹੋਏ ਨਹੀਂ ਹਨ ਅਤੇ ਨਾ ਹੀ ਉਹਨਾਂ ਦੇ ਸਰੀਰਾਂ ਉੱਤੇ ਕੋਈ ਸੜਨ ਦਾ ਚਿੰਨ੍ਹ ਹੈ, ਅਤੇ ਚੌਥਾ ਮਨੁੱਖ ਦੇਵਤੇ ਵਾਂਗ ਦਿਖ ਰਿਹਾ ਹੈ। ਤਿੰਨਾਂ ਮਿੱਤਰਾਂ ਦਾ ਛੁਟਕਾਰਾ ਅਤੇ ਉੱਚੇ ਪਦ ਮਿਲਣਾ। ਸੋ ਰਾਜਾ ਨਬੂਕਦਨੇਸਰ ਨੇ ਬਲਦੀ ਭੱਠੀ ਦੇ ਮੂੰਹ ਕੋਲ ਜਾ ਕੇ ਪੁਕਾਰ ਕੇ ਕਿਹਾ, ਸਦਰਕ, ਮੇਸ਼ਕ ਅਤੇ ਅਬਦਨਗੋ, ਸਰਵਉੱਚ ਪਰਮੇਸ਼ਰ ਦੇ ਦੱਸੋ
ਬਾਹਰ ਆ ਜਾਓ। ਉਹ ਤੁਰੰਤ ਬਾਹਰ ਆ ਗਏ। ਸਭ ਰਾਜਕੁਮਾਰ, ਰਾਜਪਾਲ, ਸੈਨਾਪਤੀ ਅਤੇ ਬਾਕੀ ਦੇ ਅਧਿਕਾਰੀ ਇਕੱਠੇ ਹੋ ਕੇ ਆਏ ਅਤੇ ਦੇਖਿਆ ਉਹਨਾਂ ਤਿੰਨਾਂ ਦਾ ਅੱਗ ਨਾਲ ਕੋਈ ਨੁਕਸਾਨ ਨਹੀਂ ਹੋਇਆ ਸੀ। ਨਾ ਉਹਨਾਂ ਦੇ ਵਾਲ ਅਤੇ ਕੱਪੜੇ ਸੜੇ ਸਨ, ਨਾ ਹੀ ਉਹਨਾਂ ਕੋਲੋਂ ਧੂਏ ਦੀ ਬੋ ਆ ਰਹੀ ਸੀ। ਰਾਜਾ ਨੇ ਕਿਹਾ, ਸਦਰਕ, ਮੇਸ਼ਕ ਅਤੇ ਅਬਦਨਗੋ ਦਾ ਪਰਮੇਸ਼ਰ ਧੰਨ ਹੈ। ਉਸਨੇ ਆਪਣਾ ਸਰਦੂਤ ਘੱਲ ਕੇ ਆਪਣੇ ਇਹਨਾਂ ਤਿੰਨਾਂ ਦਾਸਾਂ ਦੀ ਰੱਖਿਆ ਕੀਤੀ ਹੈ, ਜਿਨ੍ਹਾਂ ਦਾ ਕੇਵਲ ਉਸੇ ਉੱਤੇ ਭਰੋਸਾ ਹੈ। ਉਹਨਾਂ ਨੇ ਮੇਰੇ ਹੁਕਮ ਨੂੰ ਤੋੜ ਕੇ ਆਪਣੇ ਜੀਵਨ ਖਤਰੇ ਵਿੱਚ ਪਾਏ, ਪਰ ਆਪਣੇ ਪਰਮੇਸ਼ਰ ਨੂੰ ਛੱਡ ਕੇ ਕਿਸੇ ਦੂਸਰੇ ਦੇਵਤੇ ਦੀ ਨਾ ਪੂਜਾ ਕੀਤੀ ਅਤੇ ਨਾ ਹੀ ਉਸ ਅੱਗੇ ਮੱਥਾ ਟੇਕਿਆ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪਿਤਾ ਪਰਮੇਸ਼ਰ ਆਸ਼ੀਰਵਾਦ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਦਾਨੀਏਲ ਨਬੀ ਦੇ 3 ਮਿੱਤਰ ਇਹ ਸਨ ਜਿਨ੍ਹਾਂ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਪ੍ਰਭੂ ਪਰਮੇਸ਼ਰ ਪਰ ਭਰੋਸਾ ਰੱਖ ਕੇ ਰਾਜੇ ਦੇ ਦੇਵਤੇ ਦੀ ਪੂਜਾ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਨੇ ਉਹਨਾਂ ਦੇ ਬਣਾਏ ਹੋਏ ਬੁੱਤ ਅੱਗੇ ਮੱਥਾ ਟੇਕਿਆ। ਸੋ ਮੇਰੇ ਭੈਣ ਭਰਾਵੋ, ਇਹ ਤਿੰਨੇ ਦੋਸਤ ਅੱਗ ਦੀ ਭੱਠੀ ਤੋਂ ਬਚਣ ਲਈ ਕੋਈ ਬਹਾਨਾ ਬਣਾ ਸਕਦੇ ਸਨ, ਪਰ ਉਹਨਾਂ ਨੇ ਸੱਚੇ ਪਰਮੇਸ਼ਰ ਦੇ ਹੁਕਮਾਂ ਨੂੰ ਨਹੀਂ ਤੋੜਿਆ। ਸੱਚੇ ਪਰਮੇਸ਼ਰ ਤੋਂ ਬਿਨਾਂ ਸਾਡਾ ਹੋਰ ਕੋਈ ਪਰਮੇਸ਼ਰ ਨਹੀਂ ਹੈ। ਉਹਨਾਂ ਨੇ ਹਮੇਸ਼ਾ ਦੇ ਲਈ ਪਰਮੇਸ਼ਰ ਦੀ ਗਵਾਹੀ ਦਿੱਤੀ ਹੈ। ਰਾਜ ਦੇ ਲੋਕ ਫਿਰ ਦੁਬਾਰਾ ਸੱਚੇ ਪਰਮੇਸ਼ਰ ਤੋਂ ਇਲਾਵਾ ਹੋਰ ਕਿਸੇ ਹੋਰ ਦੇਵਤੇ ਦੀ ਗੱਲ ਨਾ ਕਰ ਸਕੇ। ਜਦੋਂ ਉਹਨਾਂ ਨੇ ਤਿੰਨਾਂ ਮਿੱਤਰਾਂ ਨੂੰ ਅੱਗ ਦੀ ਭੱਠੀ ਵਿੱਚੋਂ ਜਿਉਂਦੇ ਦੇਖਿਆ, ਉਹ ਪਰਮੇਸ਼ਰ ਦੇ ਸੱਚੇ ਵਫਾਦਾਰ ਵਿਸ਼ਵਾਸੀ ਬਣੇ। ਉਹਨਾਂ ਨੇ ਪਰਮੇਸ਼ਰ ਉੱਪਰ ਵਿਸ਼ਵਾਸ ਕੀਤਾ ਸੀ ਕਿ ਉਹ ਹੀ ਉਹਨਾਂ ਨੂੰ ਬਚਾ ਸਕਦਾ ਹੈ। ਮੇਰੇ ਭੈਣ ਭਰਾਵੋ, ਜੇਕਰ ਪਰਮੇਸ਼ਰ ਨੇ ਉਹਨਾਂ ਲੋਕਾਂ ਨੂੰ ਹਮੇਸ਼ਾ ਬਚਾਇਆ ਜਿਹੜੇ ਉਸਦੇ ਸੱਚੇ ਵਿਸ਼ਵਾਸੀ ਆਰਾਧਨਾ ਵਰਸ਼ਿਪ ਕਰਦੇ ਸਨ, ਤਦ ਮਸੀਹੀ ਲੋਕਾਂ ਨੂੰ ਵੀ ਇਸੇ ਤਰ੍ਹਾਂ ਦਾ ਵਿਸ਼ਵਾਸ ਦੀ ਲੋੜ ਹੈ। ਸਾਨੂੰ ਹਮੇਸ਼ਾ ਪਰਮੇਸ਼ਰ ਦੀ ਸੇਵਾ ਕਰਨ ਵਾਸਤੇ ਵਫਾਦਾਰ, ਫੇਥਫੁਲ ਬਣ ਕੇ ਰਹਿਣਾ ਹੈ। ਚਾਹੇ ਉਹ ਸਾਡੇ ਕੰਮਾਂ ਵਿੱਚ ਮਦਦ ਲਈ ਦਖਲ ਦੇਵੇ ਜਾਂ ਨਾ ਮਦਦ ਕਰੇ, ਸਾਨੂੰ ਹਮੇਸ਼ਾ ਪ੍ਰਭੂ ਪਰਮੇਸ਼ਰ ਪਰ ਭਰੋਸਾ ਰੱਖਣਾ ਹੈ। ਪ੍ਰਭੂ ਜ਼ਰੂਰ ਮਦਦ ਕਰਦਾ ਹੈ। ਉਸ ਕੋਲ ਸਾਡੇ ਲਈ ਸਵਰਗੀ ਇਨਾਮ ਹੈ। ਜੇਕਰ ਅਸੀਂ ਦੁੱਖ ਸਹਿ ਕੇ ਪਰਮੇਸ਼ਰ ਪਰ ਵਿਸ਼ਵਾਸ ਕਰਦੇ ਹਾਂ। ਹੈਰਾਨਗੀ ਦੀ ਗੱਲ ਕਿ ਚੌਥਾ ਆਦਮੀ ਪਰਮੇਸ਼ਰ ਦਾ ਸ਼ਕਤੀਸ਼ਾਲੀ ਦੂਤ ਸੀ, ਜਿਹੜਾ ਅੱਗ ਦੀ ਭੱਠੀ ਵਿੱਚ ਸਦਰਕ, ਮੇਸ਼ਕ ਅਤੇ ਅਬਦਨਗੋ ਤਿੰਨੋਂ ਮਿੱਤਰਾਂ ਦੇ ਨਾਲ ਸੀ, ਜਿਸ ਨੇ ਇਹਨਾਂ ਤਿੰਨਾਂ ਨੂੰ ਪ੍ਰੀਖਿਆ ਸਮੇਂ ਇਹਨਾਂ ਤਿੰਨਾਂ ਦੀ ਮਦਦ ਕੀਤੀ ਅਤੇ ਅੱਗ ਤੋਂ ਬਚਾਇਆ। ਸੋ ਮੇਰੇ ਭੈਣ ਭਰਾਵੋ, ਇਹ ਤਿੰਨੋਂ ਸਦਰਕ, ਮੇਸ਼ਕ ਅਤੇ ਅਬਦਨਗੋ ਯਹੂਦੀ ਮਿੱਤਰ ਸਨ। ਰਾਜਾ ਨਬੂਕਦਨੈਸਰ ਦੇ ਗੁਲਾਮ ਬਣ ਕੇ ਬਾਬਲ ਵਿੱਚ ਰਹਿੰਦੇ ਸਨ। ਪਰਮੇਸ਼ਰ ਮਹਾਨ ਅਤੇ ਮਹਿਮਾ ਦੀ ਯੋਗ ਸੀ, ਜਿਸ ਨੇ ਇਹਨਾਂ ਤਿੰਨਾਂ ਦੇ ਵਿਸ਼ਵਾਸ ਕਾਰਨ ਪ੍ਰਭੂ ਨੇ ਇਹਨਾਂ ਨੂੰ ਇਨਾਮ ਦਿੱਤਾ। ਸਾਨੂੰ ਵੀ ਆਪਣੇ ਵਿਸ਼ਵਾਸ 'ਚ ਪੱਕੇ ਰਹਿਣਾ ਹੈ, ਚਾਹੇ ਕੋਈ ਵੀ ਮੁਸ਼ਕਿਲ ਤੋਂ ਮੁਸ਼ਕਿਲ ਦੁੱਖ ਤਕਲੀਫ ਆਵੇ ਜਾਂ ਸਜ਼ਾ ਮਿਲੇ। ਪਰਮੇਸ਼ਰ ਦੇ ਰੱਖਿਅਕ ਦੂਤ ਕਿਸੇ ਚੀਜ਼ ਨੂੰ ਵੀ ਪਾਰ ਕਰ ਸਕਦੇ ਹਨ ਅਤੇ ਸਾਡੀ ਕਿਸੇ ਦੀ ਵੀ ਮਦਦ ਕਰ ਸਕਦੇ ਹਨ, ਜਿਸ ਦਾ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਇਹਨਾਂ ਤਿੰਨਾਂ ਨੂੰ ਅੱਗ ਨੇ ਬਿਲਕੁਲ ਨਹੀਂ ਛੂਹਿਆ। ਕੇਵਲ ਇਹਨਾਂ ਨੂੰ ਜਿਸ ਰੱਸੇ ਨਾਲ ਬੰਨ੍ਹਿਆ ਗਿਆ ਸੀ, ਉਹੋ ਹੀ ਰੱਸਾ ਲੂਸਿਆ ਸੀ। ਕੋਈ ਵੀ ਇਨਸਾਨ ਸਾਨੂੰ ਪਰਮੇਸ਼ਰ ਦੇ ਵਿਸ਼ਵਾਸੀਆਂ ਨੂੰ, ਪਰਮੇਸ਼ਰ ਦੇ ਦਾਸਾਂ ਨੂੰ ਬੰਨ੍ਹ ਨਹੀਂ ਸਕਦਾ। ਜੇਕਰ ਪਰਮੇਸ਼ਰ ਸਾਨੂੰ ਆਜ਼ਾਦ ਰੱਖਣਾ ਚਾਹੁੰਦਾ ਹੈ, ਜੇਕਰ ਪਰਮੇਸ਼ਰ ਸਾਡੇ ਨਾਲ ਹੈ, ਤਾਂ ਕੋਈ ਵੀ ਇਨਸਾਨ ਸਾਡੇ ਉੱਪਰ ਸਾਨੂੰ ਕੰਟਰੋਲ ਨਹੀਂ ਕਰ ਸਕਦਾ। ਉਹ ਸਾਡੇ ਉੱਪਰ ਕਿਸੇ ਕਿਸਮ ਦਾ
ਪ੍ਰੈਸ਼ਰ ਨਹੀਂ ਪਾ ਸਕਦਾ। ਹਰ ਹਾਲਤ ਵਿੱਚ ਪਰਮੇਸ਼ਰ ਉੱਪਰ ਭਰੋਸਾ ਕਰਨਾ ਹੈ। ਸਾਡੀ ਕਿਸਮਤ ਪਰਮੇਸ਼ਰ ਦੇ ਹੱਥ ਵਿੱਚ ਹੈ, ਨਾ ਕਿ ਕਿਸੇ ਰਾਜੇ ਇਨਸਾਨ ਦੇ ਹੱਥ ਵਿੱਚ ਹੈ। ਸੋ ਪਲੀਜ਼ ਮੇਰੇ ਭੈਣ ਭਰਾਵੋ, ਪਰਮੇਸ਼ਰ ਦੇ ਉੱਪਰ ਵਿਸ਼ਵਾਸ ਕਰੋ। ਹਰ ਰੋਜ਼ ਪਰਮੇਸ਼ਰ ਦੇ ਵਚਨਾਂ ਨੂੰ ਪੜ੍ਹਦੇ ਰਹੋ, ਸੁਣਦੇ ਰਹੋ। ਪ੍ਰਭੂ ਆਪ ਸਭ ਨੂੰ ਤੇ ਮੈਨੂੰ ਵੀ ਮਾਫ ਕਰਕੇ ਸਵਰਗ ਰਾਜ ਦੇ ਸੰਤਾਨ ਬਣਾਵੇਗਾ। ਆਮੀਨ, ਹਾਲੇਲੂਇਆ। ਧੰਨਵਾਦ ਪ੍ਰਭੂ ਯਿਸੂ। ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ ਪਿਤਾ ਪਰਮੇਸ਼ਰ। ਅਸੀਂ ਆਪ ਦਾ ਬਾਰ-ਬਾਰ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਜੋ ਤੁਸੀਂ ਸਾਨੂੰ ਇਹ ਵਚਨ ਦਿੱਤੇ ਹਨ। ਥੈਂਕ ਯੂ ਪਿਤਾ ਪਰਮੇਸ਼ਰ, ਥੈਂਕ ਯੂ। ਮੇਰੇ ਭੈਣ ਭਰਾਵੋ, ਅਸੀਂ ਪੜ੍ਹਦੇ ਹਾਂ ਸੰਤ यूहन्ना ਦੀ ਇੰਜੀਲ ਚੈਪਟਰ 8 31 ਤੋਂ 42 ਤੱਕ ਪੜ੍ਹਾਂਗੇ। ਸੈਂਟ ਜੌਨ ਚੈਪਟਰ 8 verses 31 till 42. If the Son makes you free, you will be free indeed. ਸੱਤ ਤੁਹਾਨੂੰ ਮੁਕਤ ਕਰੇਗਾ। ਫਿਰ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਜਿਨ੍ਹਾਂ ਨੇ ਉਹਨਾਂ ਉੱਤੇ ਵਿਸ਼ਵਾਸ ਕੀਤਾ ਸੀ ਕਿਹਾ, ਜੇਕਰ ਤੁਸੀਂ ਮੇਰੇ ਵਚਨਾਂ ਅਨੁਸਾਰ ਚੱਲੋ ਤਾਂ ਤੁਸੀਂ ਅਸਲ ਵਿੱਚ ਮੇਰੇ ਚੇਲੇ ਹੋ। ਇਸ ਤਰ੍ਹਾਂ ਤੁਸੀਂ ਸੱਤ ਨੂੰ ਜਾਣੋਗੇ ਅਤੇ ਸੱਤ ਤੁਹਾਨੂੰ ਮੁਕਤ ਕਰੇਗਾ। ਉਹਨਾਂ ਨੇ ਉੱਤਰ ਦਿੱਤਾ, ਅਸੀਂ ਅਬਰਾਹਮ ਦੀ ਕੁਲ ਵਿੱਚੋਂ ਹਾਂ ਅਤੇ ਅਸੀਂ ਅੱਜ ਤੱਕ ਕਿਸੇ ਦੇ ਦਾਸ ਨਹੀਂ ਹੋਏ। ਫਿਰ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕਿ ਤੁਸੀਂ ਮੁਕਤ ਕੀਤੇ ਜਾਓਗੇ? ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਹਰ ਕੋਈ ਜੋ ਪਾਪ ਕਰਦਾ ਹੈ ਉਹ ਪਾਪ ਦਾ ਦਾਸ ਹੈ। ਦਾਸ ਸਦਾ ਘਰ ਵਿੱਚ ਨਹੀਂ ਰਹਿੰਦਾ, ਪਰ ਪੁੱਤਰ ਸਦਾ ਰਹਿੰਦਾ ਹੈ। ਇਸ ਲਈ ਜੇਕਰ ਪੁੱਤਰ ਤੁਹਾਨੂੰ ਮੁਕਤ ਕਰਦਾ ਹੈ ਤਾਂ ਤੁਸੀਂ ਅਸਲ ਵਿੱਚ ਮੁਕਤ ਹੋਵੋਗੇ। ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਮ ਦੀ ਕੁਲ ਵਿੱਚੋਂ ਹੋ, ਪਰ ਫਿਰ ਵੀ ਤੁਸੀਂ ਮੈਨੂੰ ਮਾਰਨ ਦੀ ਵਿਉਂਤ ਬਣਾ ਰਹੇ ਹੋ, ਕਿਉਂਕਿ ਮੇਰੇ ਵਚਨ ਵਾਸਤੇ ਤੁਹਾਡੇ ਦਿਲਾਂ ਵਿੱਚ ਕੋਈ ਥਾਂ ਨਹੀਂ ਹੈ। ਮੈਂ ਉਹੀ ਕਹਿੰਦਾ ਹਾਂ ਜੋ ਮੈਂ ਆਪਣੇ ਪਿਤਾ ਦੇ ਕੋਲੋਂ ਸਿੱਖਿਆ ਔਰ ਦੇਖਿਆ ਹੈ, ਪਰ ਤੁਸੀਂ ਉਹੀ ਕਰਦੇ ਹੋ ਜੋ ਤੁਸੀਂ ਆਪਣੇ ਪਿਤਾ ਕੋਲੋਂ ਸੁਣਿਆ ਹੈ। ਤੁਹਾਡਾ ਪਿਤਾ ਸ਼ੈਤਾਨ ਹੈ। ਉਹਨਾਂ ਨੇ ਯਿਸੂ ਨੂੰ ਕਿਹਾ, ਅਸੀਂ ਅਬਰਾਹਮ ਦੀ ਸੰਤਾਨ ਹਾਂ। ਪਰ ਯਿਸੂ ਨੇ ਉਹਨਾਂ ਨੂੰ ਅੱਗੋਂ ਕਿਹਾ, ਜੇਕਰ ਤੁਸੀਂ ਅਬਰਾਹਮ ਦੀ ਸੰਤਾਨ ਹੁੰਦੇ ਤਾਂ ਤੁਸੀਂ ਅਬਰਾਹਮ ਵਰਗੇ ਕੰਮ ਕਰਦੇ। ਤੁਸੀਂ ਤਾਂ ਮੈਨੂੰ ਇੱਕ ਇਹੋ ਜਿਹੇ ਆਦਮੀ ਨੂੰ ਮਾਰਨ ਦੀ ਸੋਚ ਰਹੇ ਹੋ ਜਿਸ ਨੇ ਤੁਹਾਨੂੰ ਪਰਮੇਸ਼ਰ ਕੋਲੋਂ ਸੁਣੇ ਹੋਏ ਸੱਤ ਬਾਰੇ ਦੱਸਿਆ ਹੈ। ਅਬਰਾਹਮ ਨੇ ਤਾਂ ਇਸ ਤਰ੍ਹਾਂ ਨਹੀਂ ਕੀਤਾ। ਤੁਸੀਂ ਆਪਣੇ ਪਿਤਾ ਵਾਲੇ ਕੰਮ ਕਰ ਰਹੇ ਹੋ। ਉਹਨਾਂ ਨੇ ਉੱਤਰ ਦਿੱਤਾ, ਅਸੀਂ ਰਾਮ ਦੀ ਸੰਤਾਨ ਨਹੀਂ ਹਾਂ, ਸਾਡਾ ਇੱਕ ਹੀ ਪਿਤਾ ਅਰਥਾਤ ਪਰਮੇਸ਼ਰ ਹੈ। ਯਿਸੂ ਨੇ ਉਹਨਾਂ ਨੂੰ ਕਿਹਾ, ਜੇਕਰ ਪਰਮੇਸ਼ਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ, ਕਿਉਂਕਿ ਮੈਂ ਪਰਮੇਸ਼ਰ ਕੋਲੋਂ ਇੱਥੇ ਆਇਆ ਹਾਂ। ਮੈਂ ਆਪਣੇ ਆਪ ਨਹੀਂ ਆਇਆ, ਬਲਕਿ ਉਸਨੇ ਮੈਨੂੰ ਘੱਲਿਆ ਹੈ। ਆਮੀਨ। ਇਹ ਪ੍ਰਭੂ ਦਾ ਵਚਨ ਹੈ। ਪੜ੍ਹਨ ਅਤੇ ਸੁਣਨ ਵਾਲੇ ਸਭ ਭੈਣ ਭਰਾਵਾਂ ਨੂੰ ਪ੍ਰਭੂ ਯਿਸੂ ਆਸ਼ੀਸ਼ ਬਰਕਤ ਦੇਵੇ। ਪ੍ਰਭੂ ਵਿੱਚ ਮੇਰੇ ਭੈਣ ਭਰਾਵੋ, ਅਸੀਂ ਸਭ ਜੋ ਪਵਿੱਤਰ ਬਾਈਬਲ ਪੜ੍ਹਦੇ ਹਾਂ, ਸੁਣਦੇ ਹਾਂ, ਜਾਣਦੇ ਹਾਂ ਕਿ ਪ੍ਰਭੂ ਯਿਸੂ ਆਪ ਖੁਦ ਸੱਚਾਈ ਹੈ, ਸੱਤ ਹੈ, ਜਿਹੜਾ ਸਾਨੂੰ ਮੌਤ ਅਤੇ ਪਾਪ ਤੋਂ ਆਜ਼ਾਦ ਕਰਦਾ ਹੈ। ਯਿਸੂ ਮਸੀਹ ਨੇ ਖੁਦ ਕਿਹਾ ਹੈ, ਮੈਂ ਹੀ ਰਾਹ ਹਾਂ, ਸੱਚ ਹਾਂ ਅਤੇ ਜੀਵਨ ਹਾਂ। ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਕੋਲ ਪਹੁੰਚ ਨਹੀਂ ਸਕਦਾ। ਜਿਸ ਤਰ੍ਹਾਂ ਪਰਮੇਸ਼ਰ ਸੱਚਾਈ ਦਾ ਸੋਮਾ ਹੈ, ਉਸੇ ਤਰ੍ਹਾਂ ਪ੍ਰਭੂ ਯਿਸੂ ਸੱਚਾਈ ਅਤੇ ਜੀਵਨ ਦਾ ਸੋਮਾ ਹੈ। ਪ੍ਰਭੂ ਯਿਸੂ ਹੀ ਸਾਨੂੰ ਪਾਪ ਦੀ ਗੁਲਾਮੀ ਤੋਂ ਛੁਟਕਾਰਾ ਦਿੰਦਾ ਹੈ, ਫਰੀ ਕਰਦਾ ਹੈ ਅਤੇ ਸ਼ੈਤਾਨ ਦੀ ਧੋਖੇਬਾਜ਼ੀ ਤੋਂ ਬਚਾਉਂਦਾ ਹੈ, ਸਾਨੂੰ ਸ਼ੈਤਾਨ ਤੋਂ ਆਜ਼ਾਦ ਕਰਵਾਉਂਦਾ ਹੈ। ਪ੍ਰਭੂ ਯਿਸੂ ਹੀ ਸਾਨੂੰ ਪਿਤਾ ਪਰਮੇਸ਼ਰ ਨਾਲ ਸਵਰਗੀ ਜੀਵਨ ਪਾਉਣ ਲਈ ਕਲੀਅਰਲੀ ਰਸਤਾ ਦਿਖਾਉਂਦਾ ਹੈ। ਪ੍ਰਭੂ ਯਿਸੂ ਸਾਨੂੰ ਉਹ ਆਜ਼ਾਦੀ ਨਹੀਂ ਦਿੰਦੇ ਜਿਹੜੀ ਕਿ ਅਸੀਂ ਚਾਹੁੰਦੇ ਹਾਂ ਜਾਂ
ਜੋ ਅਸੀਂ ਮਨ ਪਸੰਦ ਕਰਦੇ ਹਾਂ। ਪ੍ਰਭੂ ਯਿਸੂ ਸਾਨੂੰ ਪਰਮੇਸ਼ਰ ਦੇ ਪਿੱਛੇ ਚੱਲਣ ਲਈ ਆਜ਼ਾਦੀ ਦਿੰਦੇ ਹਨ। ਪਿਤਾ ਪਰਮੇਸ਼ਰ ਵਿੱਚ ਵਿਸ਼ਵਾਸ ਕਰਨ ਦੀ ਆਜ਼ਾਦੀ ਦਿੰਦੇ ਹਨ, ਫਰੀਡਮ ਦਿੰਦੇ ਹਨ। ਮੇਰੇ ਭੈਣ ਭਰਾਵੋ, ਜਿਉਂ ਹੀ ਅਸੀਂ ਪਰਮੇਸ਼ਰ ਦੀ ਸੇਵਾ ਕਰਨ ਲਈ ਮੌਕਾ ਲੱਭਦੇ ਹਾਂ, ਯਿਸੂ ਮਸੀਹ ਦੀ ਪੂਰਨ ਸੱਚਾਈ ਸਾਨੂੰ ਇਹ ਸਭ ਕਰਨ ਲਈ ਆਜ਼ਾਦੀ ਦਿੰਦੀ ਹੈ। ਪਰਮੇਸ਼ਰ ਦੇ ਵਚਨਾਂ ਦਾ ਵੀ ਇਹੀ ਅਰਥ ਹੈ ਕਿ ਅਸੀਂ ਪ੍ਰਭੂ ਯਿਸੂ ਪਿਤਾ ਪਰਮੇਸ਼ਰ ਉੱਪਰ ਵਿਸ਼ਵਾਸ ਕਰੀਏ, ਜਿਸ ਨੇ ਸਾਨੂੰ ਪਾਪ ਅਤੇ ਮੌਤ ਤੋਂ ਮੁਕਤ ਕਰਵਾਇਆ ਹੈ। ਪਾਪ ਸਾਨੂੰ ਗੁਲਾਮ ਬਣਾਉਂਦੇ ਹਨ, ਸਾਡੇ ਉੱਪਰ ਰਾਜ ਕਰਦੇ ਹਨ। ਪਾਪ ਹੀ ਸਾਡੇ ਜੀਵਨ ਉੱਪਰ ਕੰਟਰੋਲ ਕਰਦੇ ਹਨ, ਸਾਨੂੰ ਕਾਬੂ ਰੱਖਦੇ ਹਨ, ਜਿਸ ਨਾਲ ਅਸੀਂ ਸਦੀਵੀ ਜੀਵਨ ਭਾਵ ਕਿ ਐਵਰਲਾਸਟਿੰਗ ਲਾਈਫ ਨਹੀਂ ਪਾ ਸਕਦੇ। ਪ੍ਰਭੂ ਯਿਸੂ ਹੀ ਸਾਨੂੰ ਪਾਪ ਦੀ ਗੁਲਾਮੀ ਤੋਂ ਆਜ਼ਾਦ ਕਰ ਸਕਦਾ ਹੈ। ਪਾਪ ਸਾਨੂੰ ਪਰਮੇਸ਼ਰ ਤੋਂ ਦੂਰ ਰੱਖਦਾ ਹੈ। ਪਾਪ ਹੀ ਸਾਡੇ ਜੀਵਨ ਵਿੱਚ ਪਾਬੰਦੀਆਂ ਲਾਉਂਦਾ ਹੈ ਕਿ ਇਹ ਕੰਮ ਕਰਨਾ ਹੈ ਜਾਂ ਉਹ ਦੂਸਰਾ ਕੰਮ ਨਹੀਂ ਕਰਨਾ ਜੋ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ। ਪਰਮੇਸ਼ਰ ਹੀ ਸ਼ੈਤਾਨ ਦੀ ਸ਼ਕਤੀ ਨੂੰ ਖਤਮ ਕਰਦਾ ਹੈ। ਪ੍ਰਭੂ ਯਿਸੂ ਮਸੀਹ ਨੇ ਪਰਮੇਸ਼ਰ ਵੱਲੋਂ ਦਿੱਤੀ ਗਈ ਸੰਤਾਨ ਅਤੇ ਸ਼ੈਤਾਨ ਦੀ ਸੰਤਾਨ ਵਿਚਕਾਰ ਫਰਕ ਦੱਸਿਆ ਹੈ। ਧਾਰਮਿਕ ਲੀਡਰ ਅਬਰਾਹਮ ਦੀ ਵੰਸ਼ ਵਿੱਚੋਂ ਸਨ, ਅਬਰਾਹਮ ਦੀ ਕੁਲ ਵਿੱਚੋਂ ਸਨ, ਇਸ ਲਈ ਉਹ ਪਰਮੇਸ਼ਰ ਦੀ ਸੰਤਾਨ ਹੋਣ ਦੇ ਦਾਅਵਾ ਕਰਦੇ ਸਨ। ਪਰ ਉਹਨਾਂ ਦੇ ਕੰਮ, ਉਹਨਾਂ ਦਾ ਵਰਤਾਓ, ਲੋਕਾਂ ਪ੍ਰਤੀ ਉਹਨਾਂ ਦਾ ਵਰਤਾਓ ਸ਼ੈਤਾਨ ਦੀ ਸੰਤਾਨ ਹੋਣ ਦਾ ਦਿਖਾਵਾ ਕਰਦੇ ਸਨ। ਇਸ ਤਰ੍ਹਾਂ ਲੱਗਦਾ ਸੀ ਕਿ ਮੰਦਰ ਦੇ ਧਾਰਮਿਕ ਲੀਡਰ ਸ਼ੈਤਾਨ ਦੇ ਕੰਟਰੋਲ ਥੱਲੇ ਸਨ। ਅਬਰਾਹਮ ਦੇ ਬੱਚੇ ਪਰਮੇਸ਼ਰ ਦੇ ਵਫਾਦਾਰ ਵਿਸ਼ਵਾਸੀ ਉਸੇ ਤਰ੍ਹਾਂ ਦਾ ਕੰਮ ਨਹੀਂ ਕਰਦੇ ਜਿਸ ਤਰ੍ਹਾਂ ਦੇ ਧਾਰਮਿਕ ਲੀਡਰ ਕਰਦੇ ਸਨ। ਸੋ ਮੇਰੇ ਭੈਣ ਭਰਾਵੋ, ਜੇਕਰ ਅਸੀਂ ਚਰਚ ਦੇ ਮੈਂਬਰ ਬਣਨ ਨਾਲ ਜਾਂ ਚਰਚ ਨਾਲ ਸੰਬੰਧ ਰੱਖਣ ਨਾਲ ਪਰਮੇਸ਼ਰ ਦੇ ਸੱਚੇ ਬੱਚੇ ਜਾਂ ਟਰੂ ਚਿਲਡਰਨ ਨਹੀਂ ਬਣ ਸਕਦੇ, ਅਸੀਂ ਚਰਚ ਦੇ ਮੈਂਬਰ ਬਣਨ ਨਾਲ ਜਾਂ ਚਰਚ ਨਾਲ ਸੰਬੰਧ ਰੱਖਣ ਨਾਲ ਪਰਮੇਸ਼ਰ ਦੇ ਸੱਚੇ ਪੁੱਤਰ ਧੀਆ ਪੁੱਤਰ ਨਹੀਂ ਬਣ ਸਕਦੇ ਜਦ ਤੱਕ ਅਸੀਂ ਸੱਚੇ ਪਰਮੇਸ਼ਰ ਦੇ ਹੁਕਮਾਂ ਅਤੇ ਵਚਨਾਂ ਦੀ ਪਾਲਣਾ ਨਹੀਂ ਕਰਦੇ। ਸੋ ਪਲੀਜ਼ ਮੇਰੇ ਭੈਣ ਪ੍ਰਭੂ ਯਿਸੂ ਉੱਪਰ ਵਿਸ਼ਵਾਸ ਕਰੋ और विश्वास रख के प्रभु के अगे दुआवां करो, प्रार्थना करो, प्रभु आप सब नूं ते मैनूं भी माफ़ करके स्वर्ग दी संतान बनावेगा। तो हर रोज़ प्लीज़ परमेश्वर के वचनां नूं पढ़दे रहो, सुनदे रहो, तो प्रभु परमेश्वर आप सब उपर कृपा ते दया करेगा। आमीन, हालेलुया। थैंक यू प्रभु जी, थैंक यू पिता परमेश्वर, थैंक यू प्रभु यीशु। असीं आपदा बार धन्यवाद करते हैं जो तुसीं सानूं दे वचन दित्ते हैं। थैंक यू पिता परमेश्वर, थैंक यू प्रभु यीशु जी, थैंक यू जिन साढ़े भैन भरा प्रभु जी आपका वचन सुन रहे हैं, आपके दुआवां करते बेनतियां करते हैं, सब तरह करना दया करनी कृपा करनी भी यीशु जी। साडे विश्वास में पक्के रखना, हर दुख तकलीफ तो बचा के रखना, हर मुश्किल तो बचा के रखना भी यीशु जी। थैंक यू प्रभु जी, थैंक यू जिस साडे दूतां राहीं सब की रखवाली करनी भी यीशु जी। जे साडे भैन भरा विश्वासी हैं प्रभु जी, सब तरह करना भी यीशु जी। नाल जे अजे भी हनेरे विच हैं प्रभु यीशु जी, उन्हां सब नूं तुसीं आपदे चरण विच लैके आओ प्रभु यीशु जी। थैंक यू प्रभु जी, थैंक यू जिस असीं भी एक दिन मुरदा सां प्रभु जी, अंध विश्वास विच सी, तुसीं सानूं शैतान दे हत्थ विच छुड़वाया है प्रभु यीशु। असीं आपदा बार बार दिलों धन्नवाद करदे प्रभु यीशु जी। प्रभु यीशु, मैं आपदा पापी पुत्र सी, पुत्र हाँ इस वक्त भी प्रभु जी, मैं आपदा बहुत बहुत धन्नवाद करदा कि तुसीं मैनूं आपदी किरपा दे नाल आपदे उपर विश्वास दिलाया और मेरे गुनाह नूं, पापां नूं, अपराधां नूं माफ़ करके नवीं जिंदगी दित्ती, नवां दिल, नवां आत्मा दित्ता प्रभु यीशु जी। प्लीज़ प्रभु यीशु, प्लीज़ मेरी आपदे दुआ है, बेनती है, मेरे ते भी कृपा करना, दया करना। जिन्हें भी साढ़े भैन भरा आपदा वचन पढ़ रहे, सुन रहे, आपदे दुआवां करते हैं, उन्हें सब तेरे रहम करना, दया करनी, कृपा करनी, उन्होंने विश्वास में पक्के होना, उन्होंने गुनाह नूं, पापां नूं, अपराधां नूं माफ़ करना। थैंक यू प्रभु जी, थैंक यू जीसस, हालेलुया। धन्नवाद यीशु, धन्नवाद यीशु, प्रेज द लॉर्ड जीसस। प्रभु दे पितर चरण दुआ करिए, बेनती करिए,
हालेलुया थैंक यू पिता परमेश्वर पूरी कुदरत जमीन दे आसमान दे पैदा करने सर्वशक्तिमान साढ़े मुक्ता यीशु मसीह ਅਸੀਂ ਅੱਜ ਦਾ ਬਾਰ ਧੰਨਵਾਦ ਕਰਦੇ ਸ਼ੁਕਰ ਕਰਦੇ ਅੱਜ ਦੇ ਵਕਤ ਅੱਜ ਦੇ ਸਮੇਂ ਜੋਤੀ ਸਾਨੂੰ ਅੱਜ ਦਾ ਦਿਨ ਅੱਜ ਦਾ ਸਮੇਂ ਤਾਂ ਯਿਸੂ ਅੱਜ ਦੇ ਵਚਨ ਦਿੱਤੇ ਯਿਸੂ ਨਾਲ ਅਸੀਂ ਅੱਜ ਦਾ ਦਿਲੋਂ ਧੰਨਵਾਦ ਕਰਦੇ ਯਿਸੂ ਨਾਲ ਅਸੀਂ ਜਿੰਨੇ ਵੀ ਸਾਡੇ ਭੈਣ ਭਰਾ ਦਾ ਵਚਨ ਸੁਣ ਰਹੇ ਅੱਗੇ ਦੁਆਵਾਂ ਕਰਦੇ ਆ ਉਹਨਾਂ ਸਭ ਤਰ੍ਹਾਂ ਕਰਦੇ ਆ ਕਿ ਕਿਰਪਾ ਕਰਨੀ ਯਿਸੂ ਨਾਲ ਅਸੀਂ ਤੁਸੀਂ ਮਹਾਨ ਸ਼ਕਤੀਸ਼ਾਲੀ ਯਿਸੂ ਨਾਲ ਅਸੀਂ ਤੇਰੇ ਨਾਮ ਦੀ ਮਹਿਮਾ ਤੇਰੇ ਨਾਮ ਦੀ ਵਡਿਆਈ ਕਰਦੇ ਯਿਸੂ ਨਾਲ ਅਸੀਂ ਥੈਂਕ ਯੂ ਜੀ ਹਾਲੇਲੂਇਆ ਯਿਸੂ ਨਾਲ ਅਸੀਂ ਅੱਜ ਦਾ ਬਾਰ ਧੰਨਵਾਦ ਕਰਦੇ ਸ਼ੁਕਰ ਕਰਦੇ ਤੁਸੀਂ ਸਾਨੂੰ ਹਰ ਖਤਰੇ ਦੀ ਬਿਮਾਰੀ ਤੋਂ ਬਚਾ ਗਣਾ ਐ ਯਿਸੂ ਅਸੀਂ ਅੱਜ ਦਾ ਬਾਰ ਧੰਨਵਾਦ ਕਰਦੇ ਤੁਸੀਂ ਦਇਆਵਾਨ ਕਿਰਪਾਲੂ ਰਹਿਮ ਕਰਨਾ ਯਿਸੂ ਜੀ ਥੈਂਕ ਯੂ ਜੀ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਯਿਸੂ ਜਿੰਨੇ ਵੀ ਸਾਡੇ ਭੈਣ ਭਰਾ ਅੱਜ ਦਾ ਵਚਨ सुन रहे हैं आपके दुआवां करते हैं आपके पर विश्वास करते हैं सब मिलकर आपके अगे बेनतियां करते हैं यीशु साढ़े सब तरह करते हैं कि नहीं हर दुख तकलीफ तो बचा के रखना यीशु नासी साढ़े विश्वास सानू पक्के रखना यीशु नासी थैंक यू जिस तेरे नाम की महिमा तेरे नाम की वड़ाई करते हैं आपके वचन सच्चे पुत्रन ताना यीशु नासी तो सब यीशु साढ़े गुनाह पापां नूं अपराध माफ़ करके नवी जिंदगी दी सानू मुक्ति दी है यीशु असीं आपदा बार बार धन्नवाद करते हैं यीशु नासी साढ़े विश्वास नूं वधाओ यीशु नासी थैंक यू जिस हालेलुया सानू इन्नी शक्ति हो इन्ना बल इन्नी ताकत हो कि हर शैतानी ताकत का टाकरा कर सकिए हर बीमार का टाकरा कर सकिए यीशु नासी थैंक यू जिस यकीन करते विश्वास करते हैं निश्चय करते अपने प्यार करते यीशु नासी थैंक यू जिस हालेलुया ऐ यीशु तुसीं क्या मनुख केवल रोटी नाल नहीं जींदा रहेगा सगों परमेश्वर के मूँह चों निकलने वाले हर शब्द नाल जींदा रहेगा हालेलुया यीशु असीं विश्वास करते निश्चय करते अपने प्यार करते यीशु जी तुसीं प्रभु तुसीं परमेश्वर हो तुसीं आदि अंत हो तुसीं पहले अखीर हो तुसीं आने वाले हो यीशु जी थैंक यू जीसस आदि मूँह चों निकले एक वचन मुर्दों को जीवन मिलता है यीशु जी अब यीशु पापा तो माफ़ी मिलती है हर बीमार तो शिफा मिलती है तंदुरुस्ती चंगाई मिलती है यीशु जी थैंक यू जी हालेलुया जिन्हें भी साढ़े भैन भरा अब यीशु आदा वचन सुनते हैं उन्हें शरीर च किसी दुख तकलीफ बीमारी कमजोर है यीशु नाम से आदा नाम सुनते सार आदा वचन सुनते सार उन्हें रहम करना दया करनी कृपा करनी तंदुरुस्ती चंगाई बख्शी यीशु जी थैंक यू जी सारी दुआ करते हैं अपने भरा पास्टर बंस यीशु जी जो भी होते शरीर दुख तकलीफ बीमारी तुम जानते हो वो आदा दास है पुत्र सेवादार है यीशु जी प्लीज यीशु से गुनाह पापा अपराध माफ़ करना और उसको नवी जिंदगी देनी आदि पितर खून उससे मतलब करना यीशु जी जो भी शरीर च दुख है तकलीफ है यीशु आदि पितर छू के उसको चंगाई बख्शो यीशु जी तेरे नाम की महिमा करे तेरे नाम की गाई दे पर यीशु जी थैंक यू जिस हालेलुया नर्सा ने डॉक्टर ने हॉस्पिटल काम करने पर दुआ करते हैं मरीजा देखभाल करते यीशु जी प्लीज यीशु पितर आत्मा की गवाही करनी हर दुख तकलीफ तो बीमारी तो बचा रखना यीशु जी थैंक यू जिस हालेलुया यीशु असीं दुआ करते हैं अपनी भैनों के लिए जिन्होंने को लंबे समय तो बच्चों की औलाद यीशु जी प्लीज यीशु ने उन्हें भैनों की दुआ सुनो प्रार्थना सुनो उन्होंने बच्चों का वरदान दो यीशु जी थैंक यू जिस हालेलुया असीं आपके अगे दुआ करते हैं प्रचार करने पर यीशु नासी तेरे नाम की महिमा तेरे नाम की वड़ाई करते हैं अब यीशु तेरे नाम की गीत गाते हैं यीशु उन्हें सब तरह का दया करनी तेरे वचन पढ़ के सुनते हैं यीशु नासी थैंक यू जिस हालेलुया साढ़े विश्व लोग फादर पास लोग चर्च लीडर अब यीशु सिस्टर्स तेरे नाम की महिमा तेरे नाम की वड़ाई करते हैं यीशु उन्हें सब तरह का दया करनी कृपा करनी पुत्र आत्मा की गवाही करनी हर दुख तकलीफ तो बचा करना पर यीशु जी थैंक यू जिस धन्यवाद यीशु जिन्हें भैन भरावां दे आपदा वचन सुनते समय आपदा नाम सुनते समय उन्होंने जुल्म होंगे अत्याचार होंगे यीशु उन्होंने विश्वास को बढ़ाना उन्होंने रखवाली करनी मत करनी यीशु थैंक यू जिस हालेलुया धन्यवाद यीशु असीं आपदा बार बार धन्यवाद करते शुक्र करते यीशु जी तुसीं स्वर्ग चो यीशु नासी असीं विश्वास करते तुसीं हर एक इंसान की दुआ सुनते प्रार्थना सुनते यीशु जी जिन्हें भी साढ़े भैन भरा इस संसार में यीशु दुआवां करते हैं बेनती कर उन्होंने मुल्कों ने यूक्रेन ते रशिया लिए यीशु जी प्लीज उन्होंने मुल्कों में समझौता करा के शांति पैदा करो यीशु नासी क्योंकि तुसी शांति राजकुमार हो प्रभु च प्रभु राज्यों च राज हो यीशु नासी प्लीज यीशु उन्होंने मुल्कों में शांति पैदा करो यीशु जी थैंक यू जीसस धन्यवाद यीशु थैंक यू जीसस धन्यवाद यीशु थैंक यू जीसस साडी दुआ सुनना कबूल करना आपके पिता ते शुद्ध नाम ते विश्वास करके मांगदे आमीन हालेलुया धन्यवाद यीशु थैंक यू जीसस प्रभु यीशु मसीह सिखाई प्रार्थना ऐ साडे बाप जो तू आसमान ते है तेरा नाम पाक मनिया वे ते राज आवे तेरी मर्जी जिहड़ी आसमान ते पूरी ने जमीन ते पूरी होवे साडे रोज़ रोटी सानू अज दे साडे कसूर सानू माफ़ कर जिस तरह असीं अपने कसूर माफ़ करते हैं सानू इस मैसेज ना पा सगों बुराई तो बचा क्योंकि बादशाही कुदरत जलाल सदा ते हमेशा याद हैं आमीन हालेलुया धन्यवाद यीशु थैंक यू जीसस मां मरियम यीशु दी मां साडी मां संत मार्टिजा संत यूसुफ सारे संतां दे फरिश्तियां नूं असीं सिफारिश करते हैं बेनतियां करते हैं कि प्रभु यीशु दी दुआ करो प्रार्थना करो उन्होंने सब भैन भरावां लई जिहड़े प्रभु का प्रचार करते हैं प्रभु यीशु उन्हें सब ते रहम कर दया करे हर दुख तकलीफ तो बचा के रखे और पवित्र आत्मा राਹੀਂ उन्होंने अगवाई करे आमीन हालेलुया धन्यवाद यीशु थैंक यू
ਸਲਾਮ ਹੈ ਮਰੀਮ ਫਜਨਾ ਪਰੀ ਖੁਦਾਵੰਦ ਤੇ ਨਾਲ ਹੈ ਤੇ ਔਰਤਾਂ ਵਿੱਚੋਂ ਤਾਨੇ ਨਾਲ ਤਾਨਾ ਤੇਰੇ ਪੇਟ ਦਾ ਫਲ ਯਿਸੂ ਐ ਹਜ਼ਰਤ ਮਰੀਮ ਖੁਦਾ ਦੀ ਮਾਂ ਅਸਾਂ ਗੁਨਾਹਗਾਰਾਂ ਦੀ ਦੁਆ ਕਰ ਹੁਣ ਤੇ ਸਾਡੀ ਮੌਤ ਦੇ ਵੇਲੇ ਆਮੀਨ। ਬਾਪ ਬੇਟਾ ਤੇ ਰੂਪਾ ਦੀ ਵਡਿਆਈ ਹੋਵੇ ਜਿਹੜੀ ਮੁੱਢੋਂ ਸੰਤ ਹਮੇਸ਼ਾ ਹੋਵੇਗੀ ਆਮੀਨ। ਐ ਮੈਂ ਨਿਤ ਮੇਵਾ ਯਿਸੂ ਸਾਡੇ ਗੁਨਾਹ ਸਾਨੂੰ ਮਾਫ ਕਰ ਨਿਕ ਦੀ ਅਗ ਤੋਂ ਸਾਨੂੰ ਬਚਾ ਸਭ ਰੂਹਾਂ ਨੂੰ ਸਭ ਕਰਕੇ ਚਲਾਏ ਖਾਸ ਕਰਕੇ ਉਹਨਾਂ ਤੇਰੇ ਰਹਿਮਤ ਦੇ ਬਹੁਤ ਲੋੜਵੰਦ ਹਨ ਆਮੀਨ। ਹਾਲੇਲੂਇਆ ਧੰਨਵਾਦ ਯਿਸੂ ਥੈਂਕ ਯੂ ਜੀਸਸ। ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦਇਆ ਤੇ ਸ਼ਾਂਤੀ ਪਰਮੇਸ਼ਰ ਦਾ ਪਿਆਰ ਪਿਤਰ ਆਤਮਾ ਸੰਗਤ ਸਾਡੇ ਸਭ ਭੈਣ ਭਰਾਵਾਂ ਦੇ ਨਾਲ ਹੋਵੇ ਆਮੀਨ। God bless you ਬਾਪ ਬੇਟਾ ਤੇ ਰੂਪਾ ਨਾਮ ਤੇ ਆਮੀਨ। In the name of the Father, Son and the Holy Spirit. Amen.